ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਕੈ ਮਹਿ ਮੰਡਲ ਰਾਜ ਦਿਜੈ, ਨਹਿ ਏਕ ਕਮੰਡਲ ਹੀ ਕਰ ਮਾਹੀ। ਕੈ ਤਨ ਮਾਹੇ ਪਟੰਬਰ ਦੈ, ਨਹਿ ਏਕ ਮ੍ਰਿਗੰਬਰ ਹੀ ਜਗ ਮਾਹੀ। ਹਾਟਕ ਧਾਮ ਨਿਵਾਸ ਦਿਜੈ, ਨਹਿ ਪਰਨ ਕੁਟੀ ਸੁਖ ਸੋ ਬਨ ਮਾਹੀ। ਦੋਨਨ ਮੈਂ ਪ੍ਰਭ ਏਕ ਦਿਜੈ, ਸਭ ਹੀ ਫਲ ਤੇ ਪਦ ਪੰਕਜ ਮਾਹੀ। ਕੈ ਮਹਿ ਮੰਡਲ ਰਾਜ ਦਿਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਵਈਆ 8ਵਾਂ ਭਾਵ ਰਸਾਮ੍ਰਿਤ ਦਾ ਪ੍ਰਾਰੰਭ ਕੀਤਾ ਹੈ। ਪਿਛੇ 7 ਸੰਦ ਹੋ ਚੁੱਕੇ ਸੀ। ਕਵੀ ਜੀ ਐਸੇ ਰਾਮ ਜੀ ਦੀ ਉਪਮਾ ਕਰਕੇ, ਜੋ ਆਪਾਂ ਕੱਲ ਸਰਵਣ ਕੀਤਾ ਸੀ, ਜੈ ਜੈ ਰਗਨਾਇਕ ਜਾਂ ਸੁਖਦਾਇਕ ਅਰਦਲ ਘਾਇਕ ਭੂਮਪਤੇ। ਇਸ ਤਰ੍ਹਾਂ ਕਵੀ ਜੀ ਰਾਮ ਭਗਵਾਨ ਜੀ ਦੀ ਉਪਮਾ ਕਰਕੇ ਹੁਣ ਅੱਗੇ ਪ੍ਰਾਰਥਨਾ ਕਰਦੇ हैं। ਨਿਵਰਤੀ ਪੱਖ ਵੀ ਜਾਂ ਤਾਂ ਬਿਲਕੁਲ ਸਭ ਕੁਝ ਛੁੱਟ ਜਾਏ, ਜਾਂ ਪ੍ਰਵਿਰਤੀ ਪੱਖ ਦੀ ਗੱਲ ਕਰਦੇ ਹਨ। ਦੋਨਾਂ ਵਿੱਚੋਂ ਕਿਸੇ ਇੱਕ ਪਾਸੇ ਲਾ ਕੇ ਸਾਡਾ ਭਲਾ ਕਰੋ। ਮਹਾਰਾਜ ਸਾਨੂੰ ਅੱਧ ਵਿਚਾਲੇ ਨਾ ਰੱਖੋ। ਇੱਕ ਪਾਸੇ ਲਾ ਦਿਓ, ਜਾਂ ਤਾਂ ਨਿਵਰਤੀ ਵਿੱਚ ਪਾ ਦਿਓ, ਜਾਂ ਫਿਰ ਪ੍ਰਵਿਰਤੀ ਵਿੱਚ ਪਾ ਦਿਓ। ਭਾਵ ਜਾਂ ਗ੍ਰਹਿਣ ਵਿੱਚ ਪਾ ਦਿਓ, ਜਾਂ ਤਿਆਗ ਵਿੱਚ ਪਾ ਦਿਓ। ਇੱਕ ਪਾਸੇ ਲਾ ਕੇ ਭਲਾ ਕਰੋ। ਅੱਧ ਵਿਚਾਲੇ ਤਾਂ ਕੋਈ ਵੀ ਕਿਸੇ ਪਾਸੇ ਨਹੀਂ ਲੱਗਦਾ, ਦੋਵਾਂ ਬੇੜੀਆਂ 'ਚ ਪੈਰ ਰੱਖੇ ਹੋਣ 'ਤੇ। ਤਾਂ ਕਰਕੇ ਹੁਣ ਇੱਥੇ ਸਵਈਏ ਵਿੱਚ ਨਿਵਰਤੀ ਪੱਖ, ਪ੍ਰਵਿਰਤੀ ਪੱਖ, ਗ੍ਰਹਿਣ ਪੱਖ, ਤਿਆਗ ਪੱਖ ਰੱਖ ਰਹੇ ਹਨ। ਆਓ ਆਪਾਂ ਸਰਵਣ ਕਰੀਏ। ਕੈ ਮਹਿ ਮੰਡਲ ਰਾਜ ਦਿਜੈ। ਕਹਿੰਦੇ ਹੈ, ਹੇ ਪ੍ਰਭੂ ਪਰਮੇਸ਼ਰ, ਕੈ ਦਾ ਅਰਥ ਜਾਂ ਤਾਂ ਮੈਨੂੰ ਸਾਰੀ ਮਹਿ ਕਹੀਏ ਧਰਤੀ, ਜਾਂ ਤਾਂ ਮੈਨੂੰ ਸਾਰੀ ਧਰਤੀ ਦੇ ਮੰਡਲ ਗੋਲਾਕਾਰ, ਮੰਡਲ ਕਹੀਦਾ ਗੋਲਾਕਾਰ ਧਰਤੀ ਨੂੰ, ਇਸ ਧਰਤੀ ਮੰਡਲ, ਸਿੱਧਾ ਅਰਥ ਮਹਿ ਮੰਡਲ ਧਰਤੀ ਮੰਡਲ। ਜਾਂ ਤੇ ਕਹਿੰਦੇ ਮੈਨੂੰ ਧਰਤੀ ਮੰਡਲ ਦਾ ਰਾਜ ਦੇਣਾ ਕਰੀਏ, ਦੂਜੇ ਕਹੀਏ ਦੇਣਾ ਕਰੋ। ਨਹਿ ਏਕ ਕਮੰਡਲ ਹੀ ਕਰ ਮਾਹੀ। ਨਹੀਂ ਤਾਂ ਫਿਰ ਇੱਕ ਜਿਹੜਾ ਕਮੰਡਲ ਲੋਟਾ ਹੁੰਦਾ ਹੈ ਨਾ, ਕਹਿੰਦੇ ਉਹ ਲੋਟਾ ਹੀ ਕਰ ਕਹੀਏ ਮੇਰੇ ਹੱਥ ਵਿੱਚ ਪਕੜਾ ਦੇਣਾ ਕਰੋ। ਭਾਵ ਵੀ ਜੇ ਤੇ ਤੁਸੀਂ ਮੈਨੂੰ ਗ੍ਰਹਿਣ ਵਿੱਚ ਪਾਉਣਾ, ਗ੍ਰਹਿਸਥੀ ਵਿੱਚ ਪਾਉਣਾ ਹੈ, ਤਾਂ ਸਾਰੀ ਦੁਨੀਆ ਦਾ ਰਾਜ ਭਾਗ ਬਖਸ਼ ਦੇ ਹੇ ਪਰਮੇਸ਼ਰ, ਤਾਂ ਕਿ ਮੈਨੂੰ ਕੋਈ ਘਾਟਾ ਤਾਂ ਨਾ ਰਹੇ, ਕਿਸੇ ਕੋਲੋਂ ਕੁਝ ਮੰਗਣ ਦੀ ਲੋੜ ਨਾ ਪਵੇ। ਬਸ ਹੁਕਮ ਹੀ ਕਰਾਂ, ਸਾਰਾ ਕੁਝ ਹਾਜ਼ਰ ਹੋ ਜੇ। ਅਤੇ ਬਾਕੀ ਮਹਾਰਾਜ ਮੌਜ ਦਾ ਤੂੰ ਮਾਲਕ ਹੈ। ਜੇ ਤੂੰ ਇਹ ਕੁਝ ਨਹੀਂ ਦੇਣਾ, ਤਾਂ ਫਿਰ ਉਹ ਤਾਂ ਕਹਿੰਦੇ ਵੀ ਤਿਆਗ ਪੱਖ ਵਿੱਚ ਪਾਉਣ ਲਈ ਫਿਰ ਕਹਿੰਦੇ ਅੱਗੋਂ, ਨਹਿ ਏਕ ਕਮੰਡਲ ਹੀ ਕਰ ਮਾਹੀ। ਇਹ ਪਰਮੇਸ਼ਰ, ਤਾਂ ਫਿਰ ਇੱਕ ਲੋਟਾ ਹੀ ਮੇਰੇ ਹੱਥ ਵਿੱਚ ਤੂੰ ਪਕੜਾ ਦੇ। ਏਕ ਦਾ ਅਰਥ ਇੱਕ, ਕਮੰਡਲ ਦਾ ਅਰਥ ਲੋਟਾ, ਕਰ ਦਾ ਅਰਥ ਹੱਥ, ਮਾਹੀ ਮੈਣੇ ਵਿੱਚ। ਏਕ ਕਮੰਡਲ ਹੀ ਕਹਿੰਦੇ ਮੇਰੇ ਹੱਥ ਵਿੱਚ ਪਕੜਾ ਦੇ, ਜੋ ਮੈਂ ਹੱਥ ਵਿੱਚ ਪਕੜ ਕੇ ਲੋਕਾਂ ਕੋਲੋਂ ਮੰਗ ਕੇ ਰੋਟੀ ਖਾਵਾਂ। ਭਾਵ ਸਾਧੂ ਬਣ ਕੇ ਵਿਚਰਾਂ, ਤਿਆਗੀ ਬਣ ਕੇ ਵਿਚਰਾਂ। ਕਹਿ ਤਨ ਮਾਹੇ ਪਟੰਬਰ ਦੈ। ਕਹਿ ਦਾ ਅਰਥ ਹੈ ਜਾਂ, ਇੱਕੇ ਵਾਰੀ ਨੋਟ ਕਰ ਲੈਣਾ। ਕਹਿ ਦਾ ਅਰਥ ਜਾਂ ਤਾਂ ਕਹਿੰਦੇ ਤਨ ਮਾਹੇ ਪਟੰਬਰ ਦੇ, ਪਟ ਅੰਬਰ, ਪਟ ਨਾਮ ਰੇਸ਼ਮ ਦਾ, ਅੰਬਰ ਨਾਮ ਵਸਤਰ ਦਾ। ਉਹ ਐਵੇਂ ਟਿੱਪੀ ਨਿਕਲ ਆਉਣੀ ਹੈ, ਟਿੱਪੀ ਵਿੱਚੋਂ ਹੀ ਐੜਾ ਨਿਕਲ ਆਉਣਾ ਹੈ, ਪਟ ਅੰਬਰ।
ਕਿ ਜਾਂ ਕਹਿ ਤਨ ਮਾਹੇ ਪਟੰਬਰ ਦੈ, ਜਾਂ ਤਾਂ ਮੈਨੂੰ ਤਨ ਕਹੀਏ ਸਰੀਰ ਉੱਪਰ ਪਹਿਨਣ ਲਈ ਪਟ ਕਹੀਏ ਰੇਸ਼ਮ ਦੇ ਅੰਬਰ ਵਸਤਰ ਦੈ ਕਹੀਏ ਦੇਣਾ ਕਰ। ਭਾਵ ਸੋਹਣੀਆਂ ਸੋਹਣੀਆਂ ਪੁਸ਼ਾਕਾਂ ਦੇਣੀਆਂ ਕਰ। ਨਹਿ ਏਕ ਮਿਰਗੰਬਰ ਹੀ ਜਗ ਮਾਹੀ। ਨਹਿ ਦਾ ਅਰਥ ਨਹੀਂ ਤਾਂ ਫਿਰ ਕਹਿੰਦੇ ਇੱਕ ਜੋ ਮ੍ਰਿਗ ਅੰਬਰ, ਹਿਰਨ ਦੀ ਜਿਹੜੀ ਖੱਲ ਹੈ ਨਾ ਮ੍ਰਿਗਸ਼ਾਲਾ, ਉਹ ਹੀ ਸੰਸਾਰ ਦੇ ਵਿੱਚ ਮੈਨੂੰ ਦੇਣੀ ਕਰ। ਇੱਕ ਮ੍ਰਿਗ ਅੰਬਰ ਨਹੀਂ ਤਾਂ ਮੈਨੂੰ ਇੱਕ ਹਿਰਨ ਦੀ ਖੱਲ ਮ੍ਰਿਗਸ਼ਾਲਾ ਹੀ ਦੇ ਦੇ, ਅਤੇ ਜਿਸ ਨੂੰ ਮੈਂ ਪਹਿਨ ਕੇ ਜਗ ਮਾਹੀ ਸੰਸਾਰ ਦੇ ਵਿੱਚ ਵਿਚਰਦਾ ਫਿਰਾਂ, ਭਾਵ ਸਾਧੂ ਤਿਆਗੀ ਬਣ ਕੇ ਵਿਚਰਦਾ ਫਿਰਾਂ। ਹਾਟਕ ਧਾਮ ਨਿਵਾਸ ਦਿਜੈ। ਹੇ ਪ੍ਰਭੂ, ਜਾਂ ਤਾਂ ਹਾਟਕ ਕਹੀਏ ਸੋਨੇ ਦੇ ਮੈਨੂੰ ਧਾਮ ਘਰਾਂ ਦੇ ਵਿੱਚ ਨਿਵਾਸ ਵਾਸਾ ਦੇਣਾ ਕਰ, ਦੇ ਦਈਏ। ਭਾਵ ਸੋਨੇ ਦੇ ਮਹਿਲ ਬਣੇ ਹੋਣ, ਉਹ ਘਰ ਸੋਨੇ ਦਾ ਹੀ ਬਣਿਆ ਹੋਵੇ, ਉਹ ਘਰ ਸੋਨੇ ਦੇ ਬਣੇ ਹੋਏ ਵਿੱਚ ਮੈਨੂੰ ਨਿਵਾਸ ਦੇਣਾ ਕਰ। ਨਹਿ ਪਰਨ ਕੁਟੀ ਸੁਖ ਸੋਭਾ ਨ ਮਾਹੀ। ਨਹੀਂ ਤਾਂ ਫਿਰ ਪਰਨ ਕਈ ਜਿਹੜੇ ਪੱਤੇ ਹੈ, ਕੁਟੀ ਕਈ ਜਿਹੜੀ ਕੁਟੀਆ ਹੈ, ਉਹ ਪੱਤਿਆਂ ਦੀ ਕੁਟੀਆ ਦੇ ਵਿੱਚ ਮੈਨੂੰ ਮਹਾਰਾਜ ਜਿਹੜਾ ਹੈ ਨਿਵਾਸ ਦੇ ਦਿਓ। ਨਹਿ ਪਰਨ ਕੁਟੀ, ਨਹੀਂ ਤਾਂ ਮੈਨੂੰ ਪੱਤਿਆਂ ਦੀ ਕੁਟੀਆ ਬਨ ਮਾਹੀ ਜੰਗਲ, ਬਨ ਕਹੀ ਜੰਗਲ, ਜੰਗਲ ਦੇ ਵਿੱਚ ਦੇ ਦਿਓ, ਤਾਂ ਜੋ ਮੈਂ ਉਹ ਕੁਟੀਆ ਦੇ ਵਿੱਚ ਰਹਿ ਕੇ ਸੁੱਖ ਨਾਲ ਬਨ ਮਾਹੀ ਜੰਗਲ ਦੇ ਵਿੱਚ ਰਹਿਣਾ ਕਰਾਂ। ਦੋਨਨ ਮੈਂ ਪ੍ਰਭ ਏਕ ਦਿਜੈ। ਹੇ ਪ੍ਰਭੂ ਪਰਮੇਸ਼ਰ, ਦੋਵਾਂ ਵਿੱਚੋਂ ਪ੍ਰਭੂ ਮੈਨੂੰ ਇੱਕ ਦੇ ਦੇ ਜੋ ਪਰ ਦੱਸਿਆ। ਜਾਂ ਤਾਂ ਮੈਨੂੰ ਤੂੰ ਇੰਨੇ ਸੁੱਖ ਦੇ ਦੇ, ਨਹੀਂ ਤਾਂ ਫਿਰ ਬਿਲਕੁਲ ਹੀ ਨਿਵਰਤੀ ਪੱਖ ਤਿਆਗ ਹੀ ਕਰ ਦੇ, ਤਿਆਗੀ ਬਣਾ ਦੇ। ਦੋਨਾਂ ਵਿੱਚ ਇੱਕ ਤੇ ਪ੍ਰਭੂ ਦੇ ਨਾ ਮੈਨੂੰ। ਸਭ ਹੀ ਫਲ ਤੇ ਪਦ ਪੰਕਜ ਮਾਹੀ। ਸਭ ਹੀ ਫਲ, ਕਿਉਂਕਿ ਸਾਰੇ ਹੀ ਜਿਹੜੇ ਫਲ ਹੈ ਪਦ ਪੰਕਜ ਮਾਹੀ, ਉਹ ਆਪ ਜੀ ਦੇ ਚਰਨ ਕਮਲਾਂ ਵਿੱਚ ਹੀ ਸੁਭਾਏਮਾਨ ਹਨ ਜੀ। ਦੋਨਨ ਮੈਂ ਪ੍ਰਭ ਏਕ ਦਿਜੈ। ਭਾਵ ਮਹਾਰਾਜ ਇਹ ਜਿਹੜੇ ਉੱਪਰ ਚੀਜ਼ਾਂ ਦਈਆਂ ਵੀ, ਜਾਂ ਤਾਂ ਮੈਨੂੰ ਜਿਹੜਾ ਹੈ ਧਰਤੀ ਦਾ ਰਾਜ ਮੰਡਲ ਦੇ ਦਿਓ, ਅਤੇ ਆ ਸਰੀਰ ਦੇ ਵਿੱਚ ਸੋਹਣੇ ਕੱਪੜੇ ਦੇ ਦਿਓ ਰੇਸ਼ਮ ਦੇ, ਸੋਨੇ ਦੇ ਮੈਨੂੰ ਘਰ ਦੇ ਦਿਓ। ਇਹ ਹੈ ਪ੍ਰਵਿਰਤੀ ਪੱਖ। ਜਾਂ ਤਾਂ ਮੈਨੂੰ ਇੱਧਰ ਕਰ ਦਿਓ, ਜੇ ਨਹੀਂ ਦੇਣਾ ਤਾਂ ਫਿਰ ਕਹਿੰਦੇ ਮੈਨੂੰ ਨਿਵਰਤੀ ਪੱਖ 'ਚ ਦੇ ਦਿਓ, ਇੱਕ ਕਮੰਡਲ ਦੇ ਦਿਓ ਮੈਂ ਹੱਥ ਵਿੱਚ ਲੈ ਕੇ ਵਿਚਰਦਾ ਫਿਰਾਂ, ਇੱਕ ਮ੍ਰਿਗਸ਼ਾਲਾ ਦੇ ਦਿਓ ਮੈਨੂੰ ਸੰਸਾਰ ਵਿੱਚ ਲੈ ਕੇ ਤੁਰਿਆ ਫਿਰਦਾ ਰਹਾਂ, ਉਹਦੇ 'ਤੇ ਬੈਠਾ ਜਿੱਥੇ ਬਹਿਣਾ ਹੈ। ਜੰਗਲ ਵਿੱਚ ਇੱਕ ਪੱਤਿਆਂ ਦੀ ਕੁਟੀਆ ਬਖਸ਼ ਦਿਓ, ਜਿਹਦੇ ਵਿੱਚ ਮੈਂ ਸੁੱਖ ਆਰਾਮ ਨਾਲ ਰਹਿ ਸਕਾਂ। ਐਵੇਂ ਪਰਮੇਸ਼ਰ ਦੋਨਾਂ ਮੈਂ ਪ੍ਰਭ ਏਕ ਦਿਜੈ। ਦੋਨਾਂ ਵਿੱਚੋਂ ਇੱਕ ਪ੍ਰਭੂ ਮੈਨੂੰ ਦੇ ਦਿਓ, ਜਿਹੜੀ ਤਨ ਭਾਉਂਦੀ ਹੈ, ਕਿਉਂਕਿ ਸਭ ਹੀ ਫਲ ਤੇ ਪਦ ਪੰਕਜ ਮਾਹੀ। ਸਾਰੇ ਹੀ ਜਿਹੜੇ ਫਲ ਹੈ ਉਹ ਤੇ ਕਹੀਏ ਆਪ ਜੀ ਦੇ ਪਦ ਪੰਕਜ ਚਰਨ ਕਮਲਾਂ ਦੇ ਵਿੱਚ ਹੀ ਸੁਭਾਏਮਾਨ ਹਨ। ਸਵਈਆ ਕੈਪੁਰ ਸੌਧ ਵਿਖੈ ਗਜ ਦੰਤ। ਫਿਰ ਅੱਗੇ ਕਹਿੰਦੇ, ਹੇ ਪ੍ਰਭੂ, ਜੇ ਤੇ ਤੂੰ ਮੈਨੂੰ ਪ੍ਰਵਿਰਤੀ ਵਿੱਚ ਪਾਉਣਾ ਹੈ, ਇਹ ਸੰਸਾਰ ਦੇ ਵਿੱਚ ਹੀ ਰੱਖਣਾ ਇਸੇ ਤਰ੍ਹਾਂ ਹੀ ਲੋਕਾਂ ਵਾਂਗ, ਅਤੇ ਕਹਿੰਦੇ ਤਾਂ ਫਿਰ ਇਹ ਕੰਮ ਕਰ, ਮੈਨੂੰ ਇੰਨਾ ਕੁ ਧਨ ਪਦਾਰਥ ਦੇ ਕਿ ਮੈਂ ਕਹਿੰਦੇ ਵੀ ਇਸ ਤਰ੍ਹਾਂ ਜੀਵਨ ਬਤੀਤ ਕਰਾਂ। ਕੈਪੁਰ ਸੌਧ ਵਿਖੈ ਗਜ ਦੰਤ, ਕਿ ਮੈਂ ਜਾਂ ਤਾਂ ਫਿਰ ਸ਼ਹਿਰ ਦੇ ਅੰਦਰ, ਪੁਰ ਕਹੀਏ ਸ਼ਹਿਰ ਦੇ ਅੰਦਰ, ਸੌਧ ਜਿਹੜੇ ਰਾਜ ਮਹਿਲਾਂ ਵਰਗੇ ਮੰਦਰ ਹਨ, ਉਹਨਾਂ ਦੇ ਵਿਖੇ ਕਹੀਏ ਵਿੱਚ
ਗਜ ਨਾਮ ਹਾਥੀ ਦਾ, ਦੰਤ ਨਾਮ ਦੰਦਾਂ ਦਾ ਹੈ। ਸ਼ਹਿਰ ਦੇ ਅੰਦਰ ਜਿਹੜੇ ਰਾਜ ਮਹਿਲ ਹਨ, ਰਾਜ ਮਹਿਲਾਂ ਵਰਗੇ ਸੌਧ ਕਈਏ ਮੰਦਰ ਹਨ, ਉਹਨਾਂ ਦੇ ਵਿੱਚ ਹਾਥੀ ਦੇ ਦੰਦਾਂ ਨਾਲ, ਗਜ ਦੰਤ ਹਾਥੀ ਦੇ ਦੰਦਾਂ ਨਾਲ ਪਲੰਗਣ ਮਾਹੀ ਸਵੋ ਜਗ ਮਾਹੀ, ਹਾਥੀ ਦੇ ਦੰਦਾਂ ਨਾਲ ਜੜਤਕਾਰੀ ਕੀਤੇ ਹੋਏ ਜਿਹੜੇ ਪਲੰਗਣ ਕਹੀਏ, ਪਲੰਗ ਹੈ ਨਾ, ਉਹਨਾਂ ਪਲੰਘਾਂ ਉੱਪਰ ਸੌਣਾ ਕਰਾਂ। ਮਾਹੇ ਸਮੋ, ਮਾਹੇ ਕਹੀਏ ਪਲੰਘਾਂ, ਮਾਹੇ ਕਹੀਏ ਉੱਪਰ ਵਿੱਚ ਸਮੋ ਸੌਣਾ ਕਰਾਂ। ਸੰਸਾਰ ਵਿੱਚ ਮੈਨੂੰ ਇਹੋ ਜਿਹਾ ਕਰ ਦੇ। ਕੈ ਪੁਰ ਸੋਧ ਵਿਖੈ ਗਜ ਦੰਤ, ਕਹਿੰਦੇ ਹੈ ਵੀ ਹੇ ਪਰਮੇਸ਼ਰ, ਜਾਂ ਤੇ ਤੂੰ ਮੈਨੂੰ ਇੰਝ ਕਰ, ਜਿਹੜੇ ਸ਼ਹਿਰ ਹੈ, ਸ਼ਹਿਰ ਦੇ ਵਿੱਚ ਸੌਧ ਰਾਜ ਮਹਿਲ ਹੈ, ਰਾਜ ਮਹਿਲਾਂ ਵਰਗੇ ਜਿਹੜੇ ਮੰਦਰ ਹੈ, ਉਹਨਾਂ ਵਿੱਚ ਜਿਵੇਂ ਗਜ ਦੰਤ ਹਾਥੀ ਦੇ ਦੰਦਾਂ ਦੇ ਪਲੰਘ ਡੱਠੇ ਹੁੰਦੇ, ਇਹੋ ਜਿਹੇ ਪਲੰਘ ਮੈਨੂੰ ਬਖਸ਼, ਅਤੇ ਮੈਂ ਮਾਹੇ ਸਹੋ, ਮੈਂ ਉਹਨਾਂ ਪਲੰਘਾਂ ਦੇ ਵਿੱਚ, ਮਾਹੇ ਕਹੀਏ ਉਹਨਾਂ ਮੰਦਰਾਂ ਦੇ ਵਿੱਚ ਸੌਣਾ ਕਰਾਂ। ਜਗ ਮਾਹੀ, ਇਸ ਤਰ੍ਹਾਂ ਸੰਸਾਰ ਦੇ ਵਿੱਚ ਮੈਂ ਧਨ ਪਦਾਰਥ ਵਾਲਾ ਹੋਵਾਂ। ਇੰਨਾ ਮੈਨੂੰ ਜਗ ਮਾਹੀ ਸੰਸਾਰ ਦੇ ਵਿੱਚ ਧਨ ਪਦਾਰਥ ਦੇਣਾ ਕਰ। ਕੈ ਬਨ ਕੇਰ ਵਿਖੈ ਤ੍ਰਿਣ ਕੋਮਲ, ਜਾਂ ਦੇ ਕੈ ਦਾ ਅਰਥ ਜਾਂ ਦੇ ਕਹਿੰਦੇ ਫਿਰ ਉਧਰ ਤੇ ਪ੍ਰਵਿਰਤੀ ਉੱਪਰ ਹੁਣ ਥੈਲੜੀ ਤੋਕ 'ਚ ਲਿਖਦੇ, ਕਹਿੰਦੇ ਜੇ ਤੂੰ ਮੈਨੂੰ ਇੱਦਾਂ ਰੱਖਣਾ ਹੈ ਨੰਗ ਮਲੰਗ ਨਿਵਰਤੀ ਪੱਖ 'ਚ ਹੀ, ਅਤੇ ਕਹਿੰਦੇ ਫਿਰ ਇਸ ਤਰ੍ਹਾਂ ਕਰ ਕਿ ਬਨ ਕੇਰ, ਕਿ ਮੈਂ ਫਕੀਰ ਬਣ ਕੇ ਨਾ, ਸਾਧੂ ਬਣ ਕੇ, ਬਨ ਕੇਰ, ਬਨ ਜੰਗਲ, ਕੇਰ ਦਾ ਅਰਥ ਦੇ, ਜੰਗਲ ਦੇ ਵਿਖੇ ਕਹੀਏ ਵਿੱਚ, ਤ੍ਰਿਣ ਕੋਮਲ, ਜਿਹੜੇ ਤ੍ਰਿਣ ਕੱਖ ਹਨ, ਘਾਹ ਫੂਸ ਹੈ, ਉਹਦੇ ਕੋਮਲ ਨਰਮ ਨਰਮ ਜਿਹੜੀ ਸੇਜਾ ਵਿਛਾਣਾ। ਡਾਰ ਸਮੋ ਨਾ ਬਰੋਂ ਪੁਰ ਮਾਹੀ, ਤ੍ਰਿਣ ਕੋਮਲ, ਜਿਹੜੇ ਤ੍ਰਿਣ ਕੋਮਲ ਕੋਮਲ ਘਾਹ ਹੈ, ਉਹਨਾਂ ਨੂੰ ਬਨ ਕੇਰ ਵਿਖੈ, ਜੰਗਲ ਦੇ ਵਿੱਚ ਡਾਰ ਕੋਹ ਸੁੱਟ ਕੇ, ਵਿਛਾ ਕੇ, ਉਸ ਉੱਪਰ ਸਮੋ ਕਹੀਏ ਸੌਣਾ ਕਰਾ, ਨਾ ਬਰੋ ਪੁਰ ਮਾਹੀ, ਅਤੇ ਭੁੱਲ ਕੇ ਵੀ ਕਦੇ ਪੁਰ ਸ਼ਹਿਰ ਆਪਣੀ ਨਗਰੀ ਦੇ ਮਾਹੀ ਕਹੀਏ ਵਿੱਚ, ਬਰੋ ਕਹੀਏ ਵੜਨਾ ਨਾ ਕਰਾਂ। ਭਉਨ ਰੰਗੀਨ ਕੇ ਦੁਆਰ ਵਿਖੇ, ਫਿਰ ਪ੍ਰਵਿਰਤੀ ਪੱਖ ਵੱਲ ਆਉਂਦੀ, ਹੇ ਪ੍ਰਭੂ, ਜੇ ਤੇ ਮੈਨੂੰ ਤੂੰ ਸੰਸਾਰੀ ਜਿਵੇਂ ਲੋਕ ਜ਼ਿੰਦਗੀ ਜੀਂਦੇ ਇਵੇਂ ਦਾ ਰੱਖਣਾ ਹੈ, ਪ੍ਰਵਿਰਤੀ ਪੱਖ ਵਿੱਚ ਰੱਖਣਾ ਹੈ, ਤਾਂ ਫਿਰ ਮੈਨੂੰ ਇੰਨੀ ਕੁ ਅਮੀਰੀ ਬਖਸ਼ ਦੇ, ਇੰਨਾ ਕੁ ਧਨਾਢ ਬਣਾ ਦੇ ਕਿ ਜਿਹੜੇ ਰੰਗੀਨ ਰੰਗਾਂ ਰੰਗਾਂ ਦੇ ਬਣੇ ਹੋਏ ਭਵਨ ਘਰ ਹੈ, ਉਹ ਘਰਾਂ ਦੇ ਕਹਿ ਦਾ ਅਰਥ ਦੇ, ਰੰਗੀਨ ਕਹਿ, ਰੰਗੀਨ ਜਿਹੜੇ ਰੰਗਾਂ ਰੰਗਾਂ ਦੇ ਬਣੇ ਭਵਨ ਘਰ ਹੈ, ਉਹਨਾਂ ਦੇ ਦੁਆਰ ਵਿਖੇ, ਦਰਵਾਜ਼ਿਆਂ ਦੇ ਵਿੱਚ, ਦਰਵਾਜ਼ੇ ਵਿਖੇ ਕਹੀਏ ਵਿੱਚ, ਦਰਵਾਜ਼ਿਆਂ ਦੇ ਵਿੱਚ, ਭਟ ਗਾਏ ਕਬਿਤ ਕੇ ਮੋਹੇ ਜਗਾਹੀ, ਦਰਵਾਜ਼ਿਆਂ ਦੇ ਵਿੱਚ ਖੜੇ ਹੋ ਕਰਕੇ ਜਿਹੜੀ ਭੱਟ ਲੋਕ ਕਵੀ ਜਨ ਹੈ, ਕਬਿਤ ਕਹੀਏ ਕਵਿਤਾਵਾਂ, ਗਾਏ ਕਹੀਏ ਗਾ ਗਾ ਕੇ, ਮੋਹੇ ਕਹੀਏ ਮੈਨੂੰ, ਸੁੱਤੇ ਨੂੰ, ਆ ਕੇ ਜਗਾਹੀ ਕਹੀਏ ਜਗਾਉਣਾ ਕਰਨ। ਸਿੱਧਾ ਜਿਹਾ ਅਰਥ ਵੀ ਭਉਨ ਰੰਗੀਨ ਕੇ ਦੁਆਰ ਵਿਖੇ, ਹੇ ਪਰਮੇਸ਼ਰ, ਜੇ ਤੂੰ ਪ੍ਰਵਿਰਤੀ ਪੱਖ 'ਚ ਰੱਖਣਾ, ਮੈਨੂੰ ਮੇਰੀ ਇੰਨੀ ਬਖਸ਼ ਦੇ ਕਿ ਮੇਰੇ ਜਿਹੜੇ ਰੰਗਾਂ ਰੰਗਾਂ ਦੇ ਬਣੇ ਹੋਏ ਭਵਨ ਘਰ ਹੋਣ, ਉਹਨਾਂ ਘਰਾਂ ਦੇ ਦੁਆਰ ਵਿਖੇ, ਦਰਵਾਜ਼ਿਆਂ ਦੇ ਵਿੱਚ ਭੱਟ ਕਵੀ ਜਨ, ਗਵਈਏ, ਕਵਿਤ ਕਵਿਤਾਵਾਂ ਨੂੰ, ਗਾਏ ਕਹੀਏ ਗਾਉਣ ਵਾਲੇ, ਗਾਉਣ ਗਾ ਗਾ ਕੇ ਮੈਨੂੰ ਸੁੱਤੇ ਹੋਏ ਨੂੰ, ਮੋਹੇ ਦਾ ਅਰਥ ਮੈਨੂੰ,
ਜਗਾਹੀ ਦਾ ਅਰਥ ਜਗਾਉਣ, ਮੈਨੂੰ ਸੁੱਤੇ ਹੋਏ ਨੂੰ ਜਗਾਉਣ ਭਾਵ ਇਹਨਾਂ ਆ ਕੇ ਕਵਿਤਾ ਨੂੰ ਗਾਉਣ, ਇੰਨੇ ਕਵੀ ਜਨ ਕਵਿਤਾਵਾਂ ਗਾਉਣ, ਭੱਟ ਗਾਉਣ। ਨਾਤਰ ਪਰਨ ਕੁਟੀ ਤਟ ਪਾਦਪ, ਨਾਤਰ ਨਹੀਂ ਤਾਂ ਕਿਸੇ ਪਾਦਪ ਕਹੀਏ ਰੁੱਖ, ਰੁੱਖ ਦੇ ਜਿਹੜਾ ਤਟ ਕਿਨਾਰਾ ਹੈ, ਉਹ ਰੁੱਖ ਦੇ ਕਿਨਾਰੇ ਪਰਨ ਕਹੀਏ ਪੱਤਿਆਂ ਦੀ, ਕੁਟੀ ਕਹੀਏ ਕੁਟੀਆ, ਉਹ ਕੁਟੀਆ ਦੇ ਵਿੱਚ ਮੈਂ ਸੌਣਾ ਕਰਾਂ, ਭਾਵੇਂ ਮੈਨੂੰ ਕੋਈ ਨਾ ਜਗਾਵੇ, ਉੱਥੇ ਕੋਈ ਪੱਟ ਗੋਈਏ ਨਾ ਗਾਵੇ, ਉੱਥੇ ਮੈਂ ਸੌਣਾ ਕਰਾਂ। ਅਤੇ ਇੱਥੇ ਮੈਨੂੰ ਕੌਣ ਜਗਾਉਣ, ਇੱਥੇ ਜੰਗਲ ਵਿੱਚ ਅੱਗੇ ਕਹਿ ਰਹੇ, ਬੋਲ ਸਿੱਖੀ ਮੋਹੇ ਕੋ ਬਨ ਮਾਹੀ, ਅਤੇ ਉੱਥੇ ਸੁੱਤੇ ਹੋਏ ਨੂੰ ਕਹਿੰਦੇ ਸਿੱਖੀ ਜਿਹੜੇ ਮੋਰ ਹੈ, ਬੋਲ ਸਿੱਖੀ ਮੋਹਿ ਕੋ ਬਨ ਮਾਹੀ, ਉੱਥੇ ਕਹਿੰਦੇ ਜੰਗਲ ਵਿੱਚ ਮੈਨੂੰ ਸੁੱਤੇ ਹੋਏ ਨੂੰ ਜਿਹੜੇ ਸਿੱਖੀ ਮੋਰ ਹਨ, ਉਹ ਬੋਲ ਕਹੀਏ ਬੋਲ ਕਰਕੇ ਮੋਹਿ ਕੋ ਬਨ ਮਾਹੀ, ਮੈਨੂੰ ਜਗਾਉਣ, ਮੋਹੇ ਮੈਨੂੰ ਜਗਾਉਣ ਜੰਗਲ ਦੇ ਵਿੱਚ ਪਏ ਹੋਏ ਨੂੰ। ਭਾਵ ਐਸਾ ਕਿ ਨਿਵਰਤੀ ਪੱਗ ਰਹਿਣ ਕਰਕੇ ਜੰਗਲ ਦੇ ਵਿੱਚ ਇਕਾਂਤ ਸਥਾਨ 'ਤੇ ਮੈਂ ਤਪੱਸਿਆ ਕਰਾਂ, ਬਨ ਮਾਹੀ, ਜੰਗਲ ਵਿੱਚ ਮੈਂ ਤਪੱਸਿਆ ਕਰਾਂ। ਨਾਤਰ ਪਰਨ ਕੁਟੀ ਤਟ ਪਾਦਪ, ਨਾਤਰ ਕਹੀਦਾ ਨਹੀਂ ਤਾਂ, ਪਰਨ ਕਹੀਏ ਪੱਤਿਆਂ, ਕੁਟੀ ਕਹੀਏ ਕੁਟੀਆ, ਤਟ ਕਹੀਏ ਕਿਨਾਰਾ, ਪਾਦਪ ਕਹੀਏ ਰੁੱਖ, ਭਾਵ ਰੁੱਖ ਦੇ ਕਿਨਾਰੇ, ਨਹੀਂ ਤਾਂ ਮੈਂ ਪੱਤਿਆਂ ਦੀ ਕੁਟੀਆ ਪਾ ਕੇ ਅਤੇ ਉਹਦੇ ਵਿੱਚ ਸੌਣਾ ਕਰਾਂ। ਬੋਲ ਸਿੱਖੀ ਮੋਹੇ, ਸਿੱਖੀ ਜਿਹੜੇ ਮੋਰ ਮੋਹੇ ਕਹੀਏ ਮੈਨੂੰ ਬੋਲ ਕੇ ਜਗਾਉਣ, ਕੋ ਬਨ ਮਾਹੀ, ਉੱਥੇ ਜੰਗਲ ਵਿੱਚ ਸੁੱਤਿਆਂ ਹੋਇਆਂ ਨੂੰ, ਜਾਂ ਮੈਂ ਜੰਗਲ ਵਿੱਚ ਇਕਾਂਤ ਇਕੱਲਾ ਰਹਾਂ ਅਤੇ ਤਪੱਸਿਆ ਕਰਦਾ ਰਹਾਂ। ਸਵਈਆ ਕੰਜ ਪ੍ਰਭਾ ਦ੍ਰਿਗ ਚੰਦਰ ਮੁਖੀ, ਹੇ ਪ੍ਰਭੂ ਜੀ ਜੇਕਰ ਪ੍ਰਵਿਰਤੀ ਪੱਖ ਵਿੱਚ ਹੀ ਮੈਨੂੰ ਪਾਉਣਾ ਹੈ, ਸੰਸਾਰੀ ਲੋਕਾਂ ਵਾਂਗ ਹੀ ਰੱਖਣਾ ਹੈ, ਤਾਂ ਫਿਰ ਮੈਂ ਬੇਨਤੀ ਕਰਦਾ ਕਿ ਮੇਰੇ ਘਰ ਦੇ ਵਿੱਚ, ਮੇਰੇ ਘਰ ਦੇ ਵਿੱਚ ਆਹ ਕੁਝ ਕਰ ਦੇ ਤੂੰ। ਉਹ ਕੀ ਹੈ? ਅਰਥ ਵਾਸਤੇ ਕੰਜ ਪ੍ਰਭਾ ਦ੍ਰਿਗ ਚੰਦਰ ਮੁਖੀ, ਗਜ ਗਾਮਨ ਨਾਰਦ ਜੈ ਘਰ ਮਾਹੀ। ਘਰ ਗੱਲ ਸ਼ੁਰੂ ਨਹੀਂ ਨਾ ਇੱਥੇ, ਕਿ ਜੇ ਤੂੰ ਮੈਨੂੰ ਘਰ ਗ੍ਰਹਿਸਥੀ ਬਣਾਉਣਾ ਤਾਂ ਇੰਝ ਕਰ, ਹੇ ਪ੍ਰਭੂ ਘਰ ਮਾਹੀ, ਮੇਰੇ ਘਰ ਦੇ ਵਿੱਚ ਐਸੀ ਜਿਹੜੀ ਹੈ ਨਾਰਦ ਜੇ ਸੁੰਦਰ ਇਸਤਰੀ ਦੇਣਾ ਕਰ, ਜਿਸ ਦੇ ਜਿਹੜੇ ਦ੍ਰਿਗ ਉਹ ਨੇਤਰ ਕੈਸੇ ਹੋਣ, ਨੇਤਰਾਂ ਦੀ ਪ੍ਰਭਾ ਕਹੀਏ ਸੋਭਾ, ਕੰਜ ਕਹੀਏ ਕਮਲ ਫੁੱਲ ਦੇ ਸਮਾਨ ਹੋਵੇ। ਕੰਗ ਨਾਮ ਜਲ ਦਾ ਹੈ, ਜਾ ਨਾਮ ਜਨਮ ਦਾ ਹੈ, ਜੋ ਜਲ ਤੋਂ ਜਨਮਿਆ ਉਹ ਹੈ ਕੀ ਹੈ? ਕਮਲ ਫੁੱਲ। ਉਸ ਕਮਲ ਫੁੱਲ ਦੇ ਸਮਾਨ ਹੋਵੇ। ਫਿਰ ਚੰਦਰਮੁਖੀ, ਚੰਦਰਮਾ ਵਰਗਾ ਉਹਦਾ ਮੁੱਖ ਹੋਵੇ ਸੋਹਣਾ। ਗਜ ਗਾਮਣ, ਅਤੇ ਜਿਸ ਦੀ ਜਿਹੜੀ ਗਾਮਣ ਕਹੀਏ ਤੋਰ ਹੈ, ਉਹ ਹਾਥੀ ਦੇ ਵਾਂਗ ਮਸਤ ਹੋਵੇ, ਜਿਵੇਂ ਹਾਥੀ ਝੂਲਦਾ ਹੈ ਨਾ, ਸ਼ਰਾਬ ਪੀ ਕੇ ਮਸਤ ਚਾਲੀ ਚੱਲਦਾ, ਇਹੋ ਜਿਹੀ ਤੋਰ ਹੋਵੇ। ਉਹ ਅਰਥ ਵਾਸਤੇ ਕੀਤਾ, ਉਂਝ ਸਿੱਧਾ ਵੀ ਹੋ ਜਾਂਦਾ। ਕੰਜ ਪ੍ਰਭਾ ਦ੍ਰਿਗ ਚੰਦਰਮੁਖੀ, ਕਿ ਪਰਮੇਸ਼ਰ ਇਹ ਕਿਰਪਾ ਕਰ, ਕੰਜ ਪ੍ਰਭਾ ਦ੍ਰਿਗ, ਕੰਜ ਕਮਲ ਫੁੱਲ ਦੇ ਸਮਾਨ ਹੋਵੇ। ਪ੍ਰਭਾ ਦ੍ਰਿਗ, ਜਿਸ ਦੇ ਨੇਤਰਾਂ ਦੀ ਪ੍ਰਭਾ ਸੋਭਾ ਜਿਹੜੀ ਹੈ ਉਹ ਕਮਲ ਫੁੱਲਾਂ ਦੇ ਸਮਾਨ ਹੋਵੇ। ਚੰਦਰਮੁਖੀ, ਚੰਦਰਮਾ ਵਰਗਾ ਮੁੱਖ ਹੋਵੇ, ਸੋਹਣਾ ਚਮਕਦਾ ਲਿਸ਼ਕਦਾ। ਗਜ ਗਾਮਣ, ਹਾਥੀ ਵਰਗੀ ਗਾਮਣ ਕਹੀਏ ਤੋਰ ਹੋਵੇ। ਨਾਰਦ ਜੈ ਘਰ ਮਾਹੀ, ਐਸੀ ਮੇਰੇ ਘਰ ਦੇ ਵਿੱਚ ਨਾਰ ਇਸਤਰੀ ਦਈਏ ਜੀ। ਨਾਤਰ ਸ਼ਾਂਤ ਬਧੂ ਅਤਿ ਸੁੰਦਰ, ਜੇ ਨਹੀਂ ਮਹਾਰਾਜ ਜੇ ਕੁਝ ਕਰਨਾ ਹੈ ਤਾਂ ਕਹਿੰਦੇ ਨਾਤਰ, ਨਹੀਂ ਤਾਂ ਫਿਰ ਜਿਹੜੀ ਆਤਮਕ ਸ਼ਾਂਤੀ ਰੂਪੀ ਬਧੂ ਇਸਤਰੀ ਹੈ,
ਜੋ ਅਤਿ ਸੁੰਦਰ, ਜੋ ਅਤਿਅੰਤ ਹੀ ਸੋਹਣੀ ਸੁੰਦਰ ਹੈ। ਕਿਉਂਕਿ ਜਿਹੜੀ ਸ਼ਾਂਤੀ ਹੈ ਤੇ ਬਹੁਤ ਮਹਾਨ ਹੀ ਇਸਤਰੀ ਹੈ। ਤਾਂ ਕਵੀ ਸਾਹਿਬ ਜੀ ਕਹਿ ਰਹੇ ਆ ਵੀ ਜੇ ਸ਼ਾਂਤੀ ਹੋਵੇ ਤਾਂ ਫਿਰ ਕੁਝ ਵੀ ਨਹੀਂ ਚਾਹੀਦਾ। ਤਾਂ ਕਹਿ ਰਹੇ ਨਾਤਰ ਸਾਂਤ ਬਧੂ ਅਤਿ ਸੁੰਦਰ। ਨਹੀਂ ਤਾਂ ਇਹ ਪ੍ਰਭੂ ਜੀ ਜਿਹੜੀ ਸ਼ਾਂਤੀ ਰੂਪੀ ਆਤਮਿਕ ਸ਼ਾਂਤੀ ਰੂਪੀ ਬਧੂ ਇਸਤਰੀ ਹੈ ਅਤਿ ਸੁੰਦਰ, ਬਹੁਤ ਜੋ ਸੁੰਦਰ ਸੋਹਣੀ ਹੈ। ਅਤੇ ਜਿਸ ਦਾ ਫਲ ਕੀ ਹੈ ਵੀ ਜਿਸ ਦੇ ਸ਼ਾਂਤੀ ਕਰਕੇ ਗਿਆਨ ਵੈਰਾਗ ਰੂਪੀ ਨੇਤਰ ਜਿਹੜੇ ਕਮਲ ਵਾਂਗ ਖਿੜੇ ਹੋਏ ਹਨ। ਭਾਵ ਇਹ ਉਹ ਸ਼ਾਂਤੀ ਰੂਪੀ ਇਸਤਰੀ ਹੈ ਜਿਸ ਦੇ ਗਿਆਨ ਵੈਰਾਗ ਰੂਪੀ ਨੇਤਰ ਕਮਲ ਵਾਂਗ ਖਿੜੇ ਹੋਏ ਹਨ। ਚੰਦਰਮਾ ਵੱਤ ਜਿਸ ਦਾ ਮੁਖ ਪ੍ਰਕਾਸ਼ਮਾਨ ਹੈ। ਹਾਥੀ ਵੱਤ ਹੌਲੀ ਹੌਲੀ ਆਤਮ ਸਰੂਪ ਵਿੱਚ ਜੋ ਤੁਰਨ ਗਮਨ ਕਰਨ ਵਾਲੀ ਹੈ ਸ਼ਾਂਤੀ। ਐਸੀ ਜਿਹੜੀ ਸ਼ਾਂਤੀ ਰੂਪੀ ਆਤਮਿਕ ਸ਼ਾਂਤੀ ਰੂਪੀ ਬਧੂ ਇਸਤਰੀ ਅਤਿ ਸੁੰਦਰ। ਰਾਮ ਦਿਜੈ ਹਮਰੇ ਔਰ ਮਾਹੀ। ਹੇ ਰਾਮ, ਹੇ ਪਰਮੇਸ਼ਰ, ਐਸੀ ਸ਼ਾਂਤੀ ਰੂਪੀ ਜਿਹੜੀ ਨਾਰੀ ਹੈ ਉਹ ਹਮਰੇ ਔਰ ਮੇਰੇ ਹਿਰਦੇ ਦੇ ਵਿੱਚ ਦਿਜੇ ਕਹੀਏ ਦੇਣਾ ਕਰ, ਅਥਵਾ ਰਾਮ ਦਿਜੈ ਹਮਰੇ ਔਰ ਮਾਹੀ। ਸ਼ਾਂਤੀ ਰੂਪੀ ਜਿਹੜੀ ਇਸਤਰੀ ਹੈ ਅਤਿ ਸੁੰਦਰ, ਉਹ ਪਰਮੇਸ਼ਰ ਮੈਨੂੰ ਦੇਣਾ ਕਰ। ਰਾਮ ਦਿਜੇ ਹਮਰੇ ਔਰ ਮਾਹੀ। ਹੇ ਰਾਮ ਪਰਮੇਸ਼ਰ ਸਾਨੂੰ ਐਸੀ ਸ਼ਾਂਤੀ ਰੂਪੀ ਇਸਤਰੀ ਦੇਣਾ ਕਰ। ਔਰ ਮਾਹੀ, ਐਸੀ ਮੇਰੀ ਦੇ ਵਿੱਚ ਇੱਛਾ ਲੱਗ ਰਹੀ ਹੈ। ਕਹਿ ਘਰ ਮਾਹੇ ਸੋ ਭੂਤ ਦਿਜੈ। ਫਿਰ ਪ੍ਰਵਿਰਤੀ ਆ ਲਾਉਂਦੀ। ਹੇ ਪ੍ਰਭੂ ਜੀ, ਕਹਿ ਕਹੀਏ ਜਾਂ ਤਾਂ ਮੇਰੇ ਘਰ ਵਿੱਚ ਭੂਤ ਕਹੀਏ ਜਿਹੜੀ ਵਿਭੂਤੀ ਹੈ, ਧਨ ਪਦਾਰਥ, ਐਸ਼ੋ ਆਰਾਮ, ਸ਼ਾਨੋ ਸ਼ੌਕਤ, ਇਹ ਦੂਜੇ ਕਹੀਏ ਦੇਣਾ ਕਰ। ਜੇ ਤੂੰ ਇਹ ਨਹੀਂ ਦੇਣਾ ਹੈ ਕਿ ਵਿਭੂਤ ਦਿਜੈ ਜੋ ਮਲੋ ਤਨ ਮਾਹੀ, ਤੇ ਜਾਂ ਤੇ ਕਿਹਦਾ ਅਰਥ ਜਾਂ ਫਿਰ ਵਿਭੂਤ ਭਸਮ। ਉਧਰ ਤੇ ਭੂਤ ਹੈ ਨਾ ਵਿਭੂਤੀ, ਇੱਧਰ ਵਿਭੂਤ ਦਾ ਅਰਥ ਭਸਮ। ਇਹ ਭਸਮ ਦੇਣਾ ਕਰੋ, ਦੂਜੇ ਕਹੀਏ ਦੇਣਾ ਕਰੋ। ਜੋ ਜਿਹੜੀ ਮਲੋ ਤਨ ਮਾਹੀ, ਜਿਹੜੀ ਮੈਂ ਆਪਣੇ ਤਨ ਸਰੀਰ ਦੇ ਵਿੱਚ ਕਹੀਏ ਉੱਪਰ ਮਲ ਲਵਾਂ। ਇਹਦਾ ਅੰਤਰੀ ਅਰਥ ਵੀ ਹੈ ਕਿ ਵਿਭੂਤ ਦਿਜੈ ਜੋ ਮਲੋ ਤਨ ਮਾਹੀ। ਭਾਵ ਹੇ ਪਰਮੇਸ਼ਰ, ਭਗਤੀ ਰੂਪੀ ਵਿਭੂਤੀ ਭਸਮ ਦੇਣਾ ਕਰੋ, ਜਿਸ ਨੂੰ ਮੈਂ ਆਪਣੇ ਤਨ ਕਹੀਏ ਸੂਖਮ ਸਰੀਰ, ਸੂਖਮ ਸਰੀਰ ਕਿਹੜਾ ਮਨ, ਉਹ ਮਨ ਨੂੰ ਮਲ ਨਾ ਕਰਾਂ। ਭਾਵ ਭਗਤੀ ਰੂਪੀ ਵਿਭੂਤੀ ਦੋ ਇਹ ਵਿਭੂਤ ਦਿਜੈ, ਜਾਂ ਤੇ ਇਹ ਪਰਮੇਸ਼ਰ ਭਗਤੀ ਰੂਪੀ ਵਿਭੂਤੀ ਦੇਣਾ ਕਰੋ ਜੋ ਮੈਂ ਆਪਣੇ ਤਨ ਦਾ ਅਰਥ ਮਨ ਰੂਪੀ ਸੂਖਮ ਸਰੀਰ ਦੇ ਵਿੱਚ ਮਲ ਸਕਾਂ। ਭਾਵ ਤਨ ਮਾਹੀ, ਤਨ ਕਹੀਏ ਮਨ ਦੇ ਵਿੱਚ, ਮਲੋਂ ਕਹੀਏ ਮੈਂ ਵਸਾਉਣਾ ਕਰਾਂ। ਕਹਿ ਘਰ ਮਾਹੀ ਨਿਵਾਸ ਕਰੂੰ। ਤੇ ਜਾਂ ਤੇ ਹੇ ਪ੍ਰਭੂ ਵੱਡੀ ਦਿਆਲਤਾ ਕਰ, ਜਾਂ ਤੇ ਤੂੰ ਮੈਨੂੰ ਇੰਨੀ ਧਨ ਦੌਲਤ ਦੇ ਕਿ ਉਹਦਾ ਫਲ ਕੀ ਮੈਨੂੰ ਹੋਵੇ ਕਿ ਕਹਿ ਘਰ ਮਾਹੀ ਨਿਵਾਸ ਕਰੋ, ਮੈਂ ਆਪਣੇ ਘਰ ਵਿੱਚ ਹੀ ਵਸਣਾ ਕਰਾਂ। ਭਾਵ ਕਿਤੇ ਜਾਣ ਦੀ ਲੋੜ ਹੀ ਨਾ ਪਵੇ, ਇੰਨਾ ਪੈਸਾ ਧਨ ਦੌਲਤ ਹੋਵੇ। ਕਿ ਫਿਰੋਂ ਜਗ ਦੇਵ ਨਦੀ ਤਟ ਮਾਹੀ। ਜੇ ਨਹੀਂ ਮਹਾਰਾਜ ਜੇ ਕੁਝ ਕਰ ਸਕਦੇ ਤਾਂ ਫਿਰ ਇਹੀ ਕਿਰਪਾ ਕਰ ਦਿਓ, ਮੈਨੂੰ ਐਸਾ ਬਰਗਤੀ ਤਿਆਗੀ ਬਣਾ ਦਿਓ, ਐਸਾ ਤਿਆਗੀ ਬਰਾਗੀ ਬਣਾ ਦਿਓ ਕਿ ਫਿਰੋ ਜਗ ਦੇਵ ਨਦੀ। ਮੈਂ ਜਗ ਸੰਸਾਰ ਦੇ ਵਿੱਚ ਜਿਹੜੀ ਦੇਵ ਨਦੀ, ਦੇਵਤਿਆਂ ਦੀ ਨਦੀ ਹੈ ਨਾ ਗੰਗਾ,
ਉਹ ਗੰਗਾ ਦੇ ਤਟ ਮਾਹੀ, ਕਿਨਾਰੇ ਦੇ ਵਿੱਚ, ਕਿਨਾਰੇ ਦੇ ਉੱਪਰ ਫਿਰੋਂ ਕਹੀਏ ਫਿਰਦਾ ਰਹਾ। ਜਾਂ ਤਾਂ ਮੈਨੂੰ ਐਸਾ ਵਿਅਕਤੀ ਬਣਾ ਦਿਓ, ਜਾਂ ਤਾਂ ਘਰ ਵਿੱਚ ਨਿਵਾਸ ਕਰੋ, ਮੇਰਾ ਵਸਣਾ ਕਰਾਂ, ਐਸਾ ਧਨ ਦੌਲਤ ਦਿਓ। ਜਾਂ ਕਿ ਫਿਰੋ ਜਗ ਦੇਵ ਨਦੀ ਤਟ ਮਾਹੀ, ਦੇਵਤਿਆਂ ਦੀ ਜਿਹੜੀ ਨਦੀ ਗੰਗਾ ਹੈ ਉਹਦੇ ਤਟ ਮਾਹੀ, ਉਹਦੇ ਤਟ ਦੇ ਮਾਹੀ ਕਹੀਏ ਉੱਪਰ ਮੈਂ ਜਿਹੜਾ ਹੈ ਫਿਰੋਂ ਕਹੀਏ ਫਿਰਦਾ ਰਹਾ ਵਿਅਕਤੀ ਬਣ ਕੇ। ਅਥਵਾ ਮੈਂ ਜਿਹੜਾ ਸਰੂਪ ਰੂਪੀ ਘਰ ਹੈ, ਕਹਿ ਘਰ ਮਾਹੀ ਨਿਵਾਸ ਕਰੋ, ਮੇਰੇ ਹਿਰਦੇ ਰੂਪੀ ਘਰ ਵਿੱਚ ਆਪ ਜੀ ਨਿਵਾਸ ਕਰੋ। ਜਾਂ ਫਿਰ ਵੀ ਮੈਂ ਆਪਣਾ ਸਰੂਪ ਰੂਪੀ, ਆਤਮ ਸਰੂਪ ਰੂਪੀ ਜਿਹੜਾ ਘਰ ਹੈ ਉਹਦੇ ਵਿੱਚ ਨਿਵਾਸ ਕਰਾਂ। ਅਤੇ ਦੇਵਤਿਆਂ ਦੀ ਨਦੀ ਕਿਹੜੀ? ਦੇਵਤੇ ਸਿੱਖ ਹੈ, ਅਤੇ ਸਿੱਖਾਂ ਦੀ ਨਦੀ ਕਿਹੜੀ? ਉਹ ਹੈ ਸਤ ਸੰਗਤ, ਉਹੀ ਗੰਗਾ ਹੈ। ਸਤ ਸੰਗਤ ਰੂਪੀ ਗੰਗਾ ਨਦੀ ਹੈ, ਉਹਦੇ ਕਿਨਾਰੇ ਭਾਵ ਦੇ ਵਿੱਚ ਵਿਚਰਨਾ ਕਰਾਂ, ਫਿਰੋਂ ਕਹੀਏ ਵਿਚਰਨਾ ਕਰਾਂ, ਭਾਵ ਸੰਗਤ ਵਿੱਚ ਫਿਰੋਂ ਕਹੀਏ ਵਸਣਾ ਕਰਾਂ, ਬੈਠਣਾ ਕਰਾਂ ਜੀ। ਇਹ ਮੇਰੇ 'ਤੇ ਕਿਰਪਾ ਕਰ ਦਿਓ। ਸਵਈਆ ਕਹਿ ਖੜਗਾਗਰ ਦੰਤ ਦਲੋਂ ਕੱਟ। ਹੁਣ ਕਹਿੰਦੇ ਹੈ ਕਿ ਹੇ ਪ੍ਰਭੂ, ਜਾਂ ਤਾਂ ਮੈਨੂੰ ਇਹੋ ਜਿਹਾ ਸੂਰਬੀਰ ਯੋਧਾ ਬਣਾ ਕਿ ਮੈਂ ਖੜਗ ਅਗਰ, ਖੜਗ ਨਾਮ ਤਲਵਾਰ ਸ੍ਰੀ ਸਾਹਿਬ ਦਾ ਹੈ, ਖੰਡੇ ਦਾ ਹੈ, ਖੱਗ ਦਾ ਹੈ। ਉਹ ਖੜਗ ਕੰਨੀ ਵਿੱਚੋਂ ਨਿਕਲਣਾ ਐੜਾ, ਖੜਗ ਅਗਰ, ਅਗਰ ਦਾ ਅਰਥ ਹੁੰਦਾ ਅੱਗੇ, ਕਿ ਮੈਂ ਖੰਡੇ ਦੀ ਧਾਰ ਦੇ ਅੱਗੇ ਦੰਤ ਕਹੀਏ ਦੈਂਤਾਂ ਦੀਆਂ ਜਿਹੜੀਆਂ ਦਲਾਂ ਫੌਜਾਂ ਹੈ, ਕੱਟ ਕਹੀਏ ਉਹਨਾਂ ਨੂੰ ਕੱਟ ਕੇ ਮੈਂ ਨਾਸ ਕਰ ਦੇਵਾਂ। ਕਹਿ ਬਨਵਾਸ ਦਇਆ ਉਰ ਮਾਹੀ, ਜੇ ਮਹਾਰਾਜ ਐਸਾ ਸੂਰਬੀਰ ਨਹੀਂ ਬਣਾਉਣਾ ਤੇ ਇੱਕ ਹੋਰ ਕੰਮ ਕਰ ਦਿਓ। ਕਹਿ ਦਾ ਅਰਥ ਜਾਂ ਤੇ ਫਿਰ ਬਨ ਮੈਂ ਜੰਗਲ ਵਿੱਚ ਵਾਸ ਕਹੀਏ ਨਿਵਾਸ ਕਰ ਲਵਾਂ, ਮੈਨੂੰ ਨਿਵਾਸ ਦੇਣਾ ਕਰ। ਅਤੇ ਇਹੋ ਜਿਹਾ ਮੈਨੂੰ ਬਣਾ ਦੇ ਵੀ ਦਇਆ ਔਰ ਮਾਹੀ, ਮੇਰੇ ਹਿਰਦੇ ਵਿੱਚ ਦਇਆ ਹੀ ਦਇਆ ਭਰ ਦਿਓ, ਇੰਨੀ ਦਇਆ ਜੇ ਕਿਸੇ ਨੂੰ ਕੁਝ ਨਾ ਕਵਾਂ। ਅਥਵਾ ਕਹਿ ਖੜਗਾਗਰ ਦੰਤ ਦਲੋਂ ਕੱਟ। ਇਹ ਪਰਮੇਸ਼ਰ ਜਿਹੜੀ ਗਿਆਨ ਰੂਪੀ ਖੜਗ ਹੈ, ਖੜਗ ਆਗਰ, ਅਗਿਆਨ ਰੂਪੀ ਜਿਹੜੀ ਖੜਗ ਹੈ, ਇਹਦੇ ਅੱਗੇ ਹੋ ਕੇ ਅਤੇ ਮੈਂ ਦੰਤ ਦਲੋਂ, ਜਿਹੜੇ ਦੈਂਤ ਹੈ ਨਾ ਪੰਜ, ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਦੈਂਤ, ਇਹਦੀਆਂ ਜਿਹੜੀਆਂ ਫੌਜਾਂ ਅੱਗੇ ਈਰਖਾ ਨਿੰਦਾ ਚੁਗਲੀ ਬਖੀਲੀ ਆਦਿਕ, ਇਹਨਾਂ ਸਾਰਿਆਂ ਨੂੰ ਕੱਟ ਕਹੀਏ ਮੈਂ ਨਾਸ ਕਰ ਦੇਵਾਂ। ਕਹਿ ਬਨਵਾਸ ਦਇਆ ਉਰ ਮਾਹੀ, ਅਤੇ ਇਹੋ ਜਿਹਾ ਹੋ ਜਾਵਾਂ ਬਨਵਾਸ। ਜਿਹੜੇ ਜੀਵ ਹੈ, ਜੀਵ ਦਾ ਅਰਥ ਬਨ ਦਾ ਅਰਥ ਜੀਵ ਲੈ ਲੈਣਾ ਅਤੇ ਅੰਤਰੀ ਅਰਥ ਜੀਵਾਂ ਉੱਪਰ ਦਇਆ ਰੱਖਾਂ, ਜੀਵਾਂ ਉੱਪਰ ਦਇਆ ਰੱਖਾਂ, ਦਇਆ ਔਰ ਮਾਹੀ, ਜੀਵਾਂ ਉੱਪਰ ਦਇਆ ਰੱਖਾਂ। ਅਤੇ ਬਨਵਾਸ ਕੀ ਹੈ? ਬਨ ਨਾਮ ਸੰਗਤ ਦਾ, ਸੰਗਤ ਰੂਪੀ ਬਨ, ਸੰਗਤ ਰੂਪੀ ਜੰਗਲ ਦੇ ਵਿੱਚ ਵਾਸ ਕਹੀਏ ਵਸਣਾ ਕਰਾਂ। ਇਹ ਮੇਰੇ 'ਤੇ ਕਿਰਪਾ ਕਰੋ ਜੀ। ਕਹਿ ਮਨ ਮਾਲ ਦਿਜੈ ਉਰ ਮੈਂ। ਫਿਰ ਕਹਿੰਦੇ ਹੇ ਪ੍ਰਭੂ, ਕਹਿ ਜਾਂ ਤਾਂ ਮੈਨੂੰ ਮਨ ਕਹੀਏ ਮਣੀਆਂ ਦੀਆਂ ਮਾਲ ਕਹੀਏ, ਮਾਲਾਂ ਦਿਜੈ ਕਹੀਏ ਦੇਣੀਆਂ ਕਰੋ, ਜਿਨ੍ਹਾਂ ਮਾਲਾਂ ਨੂੰ ਮੈਂ ਲੈ ਕੇ ਔਰ ਮੈਂ ਆਪਣੇ ਗਲ ਵਿੱਚ ਧਾਰਨ ਕਰ ਸਕਾਂ। ਭਾਵ ਮਾਲਾ ਮਾਲ ਹੋਇਆ, ਮਾਲਾਂ ਪਾਈਆਂ ਹੁਣ ਸੁੱਚੇ ਮੋਤੀਆਂ ਦੀ। ਨਹਿ ਰਾਮ ਦਿਜੈ ਜਪਨੀ ਕਰ ਮਾਹੀ, ਜੇ ਨਹੀਂ ਮਹਾਰਾਜ ਮਾਲਾ ਦੇਣੀਆਂ ਮੈਨੂੰ ਮਣੀਆਂ ਦੀਆਂ, ਅਤੇ ਇਹੀ ਕਿਰਪਾ ਕਰ ਦਿਓ ਕਿ ਨਹੀਂ ਤਾਂ
ਰਾਮ ਦੂਜੇ, ਹੇ ਰਾਮ ਪਰਮੇਸ਼ਰ ਮੈਨੂੰ ਇਹ ਦੇਣਾ ਕਰੋ। ਉਹ ਕੀ ਕਿ ਜਿਹੜੀ ਜਪਣੀ ਹੈ ਰੁਦਰਾਖ, ਲੱਕੜ ਦੀ ਮਾਲਾ, ਇਹ ਮਾਲਾ ਕਰ ਮਾਹੀ, ਇਹ ਮਾਲਾ ਮੇਰੇ ਹੱਥਾਂ ਵਿੱਚ ਦੇ ਦੇਣਾ ਕਰੋ। ਅਤੇ ਜਿਸ ਮਾਲਾ ਨੂੰ ਮੈਂ ਲੈ ਕੇ ਘਰ ਮਾਹੀ ਆਪਣੇ ਹੱਥਾਂ ਵਿੱਚ ਫੜ ਕੇ ਫੇਰਦਾ ਰਹਾਂ, ਜਪਦਾ ਰਹਾਂ। ਕਹਿ ਜਗ ਭੀਖ ਆਹਾਰ ਕਰੋ। ਹੇ ਪ੍ਰਭੂ ਜਾਂ ਤਾਂ ਮੈਨੂੰ ਐਸਾ ਬਰਕਤੀ ਬਣਾ ਦੇ ਕਿ ਮੈਂ ਸੰਸਾਰ ਦੇ ਵਿੱਚ ਭੀਖ ਕਹੀਏ ਭਿਕਸ਼ਾ ਦਾ ਆਹਾਰ ਜਿਹੜਾ ਭੋਜਨ ਹੈ ਉਹ ਮੰਗ ਕੇ ਖਾਣਾ ਕਰਾਂ। ਕਿ ਦਿਮੋ ਜਨ ਬਾਂਛਤ ਹੀ ਛਿਤ ਮਾਹੀ, ਕਿਹਦਾ ਅਰਥ ਜਾਂ ਤੇ ਫਿਰ ਮੈਨੂੰ ਇੰਨਾ ਕੁ ਧਨ ਪਦਾਰਥ ਹੈ ਪਰਮਾਤਮਾ ਤੂੰ ਦੇ, ਇਹ ਦੇਣਾ ਕਰ, ਦੇਵੋ ਕਹੀਏ ਦੇਣਾ ਕਰ, ਕਿ ਮੈਂ ਇਸ ਛਿਤ ਕਹੀਏ ਧਰਤੀ ਦੇ ਵਿੱਚ ਜਨ ਕਹੀਏ ਮਨੁੱਖਾਂ ਨੂੰ ਬਾਂਛਤ ਕਹੀਏ ਮਨ ਭਾਉਂਦੇ ਪਦਾਰਥ ਦੇਣਾ ਕਰਾਂ। ਕਹਿ ਜਗ ਭੀਖ ਆਹਾਰ ਕਰੋ, ਜਾਂ ਤੇ ਮਹਾਰਾਜ ਸੰਸਾਰ ਦੇ ਵਿੱਚ ਬਰਕਤੀ ਬਣ ਕੇ ਭਿਕਸ਼ਾ ਦਾ ਆਹਾਰ ਭੋਜਨ ਮੰਗ ਕੇ ਮੈਂ ਛਕਣਾ ਕਰਾਂ। ਕਿ ਦਿਵੋ ਜਨ ਬਾਂਛਤ ਹੀ ਛਿਤ ਮਾਹੀ, ਜਾਂ ਮੈਨੂੰ ਇੰਨਾ ਅਮੀਰ ਧਨ ਪਦਾਰਥ ਬਖਸ਼ ਦੇ ਕਿ ਛਿਤ ਮਾਹੀ ਮੈਂ ਧਰਤੀ ਦੇ ਵਿੱਚ ਬਾਂਛਤ ਮਨ ਭਾਉਂਦੇ ਜਨਾਂ ਲੋਕਾਂ ਨੂੰ ਮਨੁੱਖਾਂ ਨੂੰ ਖੁੱਲ੍ਹਾ ਡੁੱਲਾ ਦਾਨ ਦੇਵੋ ਕਹੀਏ ਦੇਣਾ ਕਰਾਂ, ਦਿੰਦਾ ਰਹਾਂ ਪਦਾਰਥ ਦੇਣਾ ਕਰਾਂ। ਕਹਿ ਜਸ ਸੋ ਸਭ ਭੂਮ ਪਰੋਂ, ਹੇ ਪ੍ਰਭੂ ਕਹਿ ਜਾਂ ਤਾਂ ਮੈਨੂੰ ਇਸ ਸੰਸਾਰ ਅੰਦਰ ਇਤਨੀ ਕੁ ਤਰੱਕੀ ਬਖਸ਼, ਜਸੋਂ ਸਭ ਭੂਮ ਪਰ, ਕਿ ਸਾਰੀ ਜਿਹੜੀ ਭੂਮ ਧਰਤੀ ਹੈ ਉਹ ਮੇਰੇ ਜਸ ਨਾਲ, ਜਸ ਸੋਂ ਮੇਰੇ ਸੋਂ ਦਾ ਅਰਥ ਨਾਲ, ਮੇਰੇ ਜਸ ਨਾਲ ਹੀ ਭਰੋਂ ਕਹੀਏ ਭਰ ਜਾਏ। ਨਹਿ ਜਾਏ ਬਸੋਂ ਹਰ ਕੇ ਪੁਰ ਮਾਹੀ, ਨਹੀਂ ਤਾਂ ਇਹੋ ਜਿਹਾ ਬਰਕਤੀ ਬਣਾਉਣਾ ਕਰ ਹੇ ਪਰਮੇਸ਼ਰ ਪ੍ਰਭੂ, ਹਰ ਦਾ ਅਰਥ ਪ੍ਰਭੂ, ਨਹੀਂ ਤਾਂ ਮਹਾਰਾਜ ਇਹੋ ਜਿਹਾ ਬਰਕਤੀ ਬਣਾਉਣਾ ਕਰ ਕਿ ਤੇਰੀ ਭਗਤੀ ਕਰਕੇ ਪੁਰ ਜਿਹੜਾ ਤੇਰਾ ਨਗਰ ਬੈਕੁੰਠ ਹੈ ਨਾ ਸੱਚਖੰਡ ਧਾਮ, ਉਹ ਸੱਚਖੰਡ ਧਾਮ ਪੁਰ ਮਾਹੀ, ਸੱਚਖੰਡ ਧਾਮ ਦੇ ਵਿੱਚ ਜਾਏ ਕਹੀਏ ਜਾ ਕੇ ਬਸੋ ਕਹੀਏ ਵਸ ਜਾਵਾਂ। ਇਹ ਮੇਰੀ ਬੇਨਤੀ ਹੈ। ਇਸ ਤਰ੍ਹਾਂ ਕਵੀ ਸਾਹਿਬ ਜੀ ਜਿਹੜੀਆਂ ਬੇਨਤੀਆਂ ਕਰ ਰਹੇ ਹਨ। ਸਵਈਆ ਜੋਗ ਦਿਜੈ ਕੇ ਦਿਜੈ ਘਰ ਭੋਗ, ਫਿਰ ਅੱਗੇ ਕਹਿੰਦੇ ਹੈ ਹੇ ਪ੍ਰਭੂ ਜੀ ਜਾਂ ਤਾਂ ਮੈਨੂੰ ਜੋਗ ਦਿਜੈ, ਯੋਗ ਸਾਧਨਾ, ਯੋਗ ਸਾਧਨਾ ਦਾ ਜਿਹੜਾ ਮਾਰਗ ਹੈ ਨਾ, ਜਿਹੜਾ ਜੋਗੀ ਬਣ ਕੇ ਯੋਗ ਸਾਧਨਾ ਕਰਨੀ ਪਰਮੇਸ਼ਰ ਦੇ ਵਿੱਚ ਜੋੜਨ ਦਾ ਸਾਧਨ, ਇਹ ਮਾਰਗ ਦੇਣਾ ਕਰ, ਦਿਜੇ ਕਹੀਏ ਦੇਣਾ ਕਰ। ਕਿ ਦਿਜੈ ਘਰ ਭੋਗ, ਅਤੇ ਜਾਂ ਜੇ ਨਹੀਂ ਇਹ ਯੋਗ ਸਾਧਨਾ ਦਾ ਮਾਰਗ ਦੇਣਾ ਤਾਂ ਮੈਨੂੰ ਘਰ ਦੇ ਵਿੱਚ ਸਭ ਭੋਗ ਕਹੀਦਾ ਪਦਾਰਥਾਂ ਨੂੰ, ਇਹ ਸਾਰੇ ਘਰ ਦੇ ਵਿੱਚ ਬੈਠਿਆਂ ਹੀ ਭੋਗ ਪਦਾਰਥ ਦਿਜੇ ਕਹੀਏ ਦੇਣਾ ਕਰ। ਕਿ ਨੀਤ ਦਿਜੇ ਕਿ ਅਤੀਤ ਬਨਾਹੀ, ਇੱਥੇ ਦੂਜੇ ਨੂੰ ਲਾਵਾਂ ਹੀ ਹੈ ਕਿ ਨੀਤ ਦਿਜੇ, ਕਿ ਇਹਦਾ ਅਰਥ ਜਾਂ, ਨੀਤ ਦਾ ਅਰਥ ਰਾਜਨੀਤੀ, ਜਾਂ ਤੇ ਇਹ ਪਰਮੇਸ਼ਰ ਮੈਨੂੰ ਰਾਜਨੀਤੀ ਦਿਜੇ ਕਹੀਏ ਦੇਣਾ ਕਰ, ਐਸਾ ਬਣਾ ਦੇ ਮੈਨੂੰ ਲੀਡਰ ਹੀ ਕਿ ਅਤੀਤ ਬਣਾ। ਜੇ ਨਹੀਂ ਰਾਜਨੀਤੀ ਦੇਣੀ ਕਰਨੀ, ਇੱਧਰ ਨਹੀਂ ਲਾਉਣਾ ਹੈ, ਅਤੇ ਫਿਰ ਮੇਰੀ ਇਹ ਮੰਗ ਹੈ ਕਿ ਕਿਹਦਾ ਅਰਥ ਜਾਂ, ਅਤੀਤ ਦਾ ਅਰਥ ਵਿਹੰਗਮ ਸਾਧੂ, ਬਣਾ ਦੇਣਾ ਕਰ। ਜਾਂ ਤਾਂ ਫਿਰ ਮੈਨੂੰ ਅਤੀਤ ਸਾਧੂ, ਤ੍ਰੈਗੁਣ ਅਤੀਤ ਸਾਧੂ ਵਿਹੰਗਮ ਫਕੀਰ ਫਕਰ ਦਰਵੇਸ਼ ਬਣਾਈ ਕਹੀਏ ਇਹ ਬਣਾ ਦੇਣਾ ਕਰ। ਜੇ ਰਾਜਨੀਤੀ ਨਹੀਂ ਦੇਣੀ ਤੇ ਇੱਕ ਕੰਮ ਮਹਾਰਾਜ ਕਰ ਦੇ। ਦਾਸਨ ਕੇ ਗਨ ਮੋਹੇ ਦਿਜੇ, ਇੱਥੇ ਵੀ ਲਾਵਾਂ ਪਾਠ ਦਿਜੇ,
हे ਪ੍ਰਭੂ, ਜਾਂ ਤੇ ਮੈਨੂੰ ਦਾਸਨ ਜਿਹੜੇ ਸੇਵਕ ਹੈ ਅਤੇ ਸੇਵਕਾਂ ਦੇ ਗਾਨ ਕਈਏ ਸਮੂਹ ਹੈ, ਭਾਵ ਜਿਹੜੇ ਬੇਅੰਤ ਸੇਵਕ ਮੋਹੇ ਦੀਜੇ। ਉਹ ਮੇਰੀ ਸੇਵਾ ਵਾਸਤੇ ਮੋਹੇ ਕਈਏ ਮੇਰੇ, ਮੋਹੇ ਕਈਏ ਮੈਨੂੰ। ਮੈਨੂੰ ਬਹੁਤ ਦਾਸਾਂ ਦੇ ਸਮੂਹ ਦੇ ਦੇ ਜਿਹੜੀ ਮੇਰੀ ਸੇਵਾ ਕਰਨ। ਜਿਵੇਂ ਨਹੀਂ ਕਰਨਾ ਹੈ, ਨੈ ਆਪਨ ਦਾਸ ਕੀਜੇ ਜਗ ਮਾਹੀ। ਜੇ ਨਹੀਂ ਮਹਾਰਾਜ ਮੈਨੂੰ ਦਾਸ ਦੇਣੇ ਮੇਰੀ ਸੇਵਾ ਵਾਸਤੇ ਤਾਂ ਇਹ ਕੰਮ ਕਰਦੇ, ਨਹੀਂ ਤਾਂ ਫਿਰ ਆਹ ਜਿਹੜਾ ਇਸ ਜਗ ਮਾਹੀ ਇਸ ਸੰਸਾਰ ਹੈ ਨਾ, ਇਹ ਸੰਸਾਰ ਦੇ ਵਿੱਚ ਮੈਨੂੰ ਤੂੰ ਆਪਨ ਦਾਸ, ਆਪਣਾ ਹੀ ਦਾਸ ਕੀਜੇ ਕਹੀਏ ਕਰ ਲੈਣਾ ਕਰ। ਕੈ ਮਨ ਹੇਮ ਵਿਮਾਨ ਦੀਜੇ। ਇਹ ਪ੍ਰਭੂ ਆਹ ਕੰਮ ਕਰਦੇ। ਜਾਂ ਤਾਂ ਮਨ ਕਹੀਏ ਮਣੀਆਂ ਨਾਲ ਜੜਿਆ ਹੋਇਆ, ਹੇਮ ਕਹੀਏ ਸੋਨੇ ਦੇ ਨਾਲ ਜੜਤਕਾਰੀ ਕੀਤਾ ਹੋਇਆ, ਵਿਮਾਨ ਕਈ ਜਿਹੜੀਆਂ ਪਾਲਕੀਆਂ ਹੈ, ਇਹ ਪਾਲਕੀਆਂ ਦਾ ਸੁੱਖ ਦੀਜੇ ਕਹੀਏ ਦੇਣਾ ਕਰ। ਕੈ ਮਨ ਹੇਮ ਵਿਮਾਨ ਦੀਜੇ। ਕਹਿ ਵੀ ਜਾਂ ਤੇ ਮੈਨੂੰ ਮਣੀਆਂ ਨਾਲ ਸੋਨੇ ਨਾਲ ਬਣਿਆ ਹੋਇਆ ਜਿਹੜਾ ਵਿਮਾਨ ਪਾਲਕੀਆਂ ਹੈ ਉਹ ਦੇਣਾ ਕਰ। ਨਹਿ ਨਾਮ ਦੀਜੈ ਹਮਰੇ ਉਰ ਮਾਹੀ। ਮਹਾਰਾਜ ਪਾਲਕੀਆਂ ਦੇ ਜਿਹਦੇ ਵਿੱਚ ਮੈਂ ਆਨੰਦ ਲੈਣਾ ਕਰਾਂ। ਜੇ ਤੂੰ ਨਹੀਂ ਉਹ ਸੋਨੇ ਦੀਆਂ ਮਣੀਆਂ ਦੀਆਂ ਜੜੀਆਂ ਹੋਈਆਂ ਵਿਮਾਨ ਦੇਣੇ, ਫਿਰ ਪਰਮੇਸ਼ਰ ਇਹ ਕੰਮ ਕਰ ਕਿ ਨਹੀਂ ਤਾਂ ਆਪਣਾ ਨਾਮ ਨੈ ਨਾਮ ਦੀਜੈ, ਨਹੀਂ ਤਾਂ ਆਪਣਾ ਜਿਹੜਾ ਨਾਮ ਹੈ ਉਹ ਹਮਰੇ ਉਰ ਮਾਹੀ, ਉਹ ਮੇਰੇ ਹਿਰਦੇ ਦੇ ਵਿੱਚ ਦੇਣਾ ਕਰ। ਕਿਉਂਕਿ ਉਸ ਉਰ ਮਾਹੀ ਜਿਸ ਨਾਮ ਨੂੰ ਮੈਂ ਵਸਾ ਕੇ ਹਿਰਦੇ ਵਿੱਚ ਜਪ ਕੇ ਤੇਰੇ ਨਾਲ ਹੇ ਪਰਮੇਸ਼ਰ ਅਭੇਦ ਏਕਤਾ ਵਿੱਚ ਹੋ ਸਕਾਂ, ਹੋ ਜਾਵਾਂ। ਦੋਨਨ ਮੈਂ ਪ੍ਰਭ ਏਕ ਦੀਜੇ। ਹੇ ਪ੍ਰਭੂ ਪਰਮਾਤਮਾ, ਜੋ ਉੱਪਰ ਤੈਨੂੰ ਦੱਸੀਆਂ ਹੈ ਚੀਜ਼ਾਂ, ਇਹਨਾਂ ਦੋਵਾਂ ਵਿੱਚੋਂ ਮੈਨੂੰ ਏਕ ਦੀਜੈ, ਇੱਕ ਤੇ ਜ਼ਰੂਰ ਹੀ ਦੇਣਾ ਕਰ। ਅਬ ਢੀਲ ਬਨੈ ਨਹਿ ਤੇ ਉਰ ਮਾਹੀ। ਅਬ ਕਹੀਏ ਹੁਣ, ਢੀਲ ਕਹੀਏ ਢਿੱਲ, ਬਣੇ ਕਹੀਏ ਬਣਨੀ, ਨਹਿ ਕਹੀਏ ਨਹੀਂ, ਤੇ ਕਹੀਏ ਤੇਰੇ, ਔਰ ਕਹੀਏ ਔਰ ਮਾਹੀ ਕਹੀਏ ਹਿਰਦੇ ਵਿੱਚ। ਹੁਣ ਤੇਰੇ ਹੇ ਪਰਮੇਸ਼ਰ, ਹੁਣ ਤੇਰੇ ਔਰ ਮਾਹੀ ਹਿਰਦੇ ਵਿੱਚ ਕਿਸੇ ਪ੍ਰਕਾਰ ਦੀ ਵੀ ਕੋਈ ਵੀ ਜਿਹੜੀ ਢੀਲ ਕਹੀਏ ਢਿੱਲ ਉਹ ਬਣਦੀ ਨਹੀਂ ਹੈ। ਮਹਾਰਾਜ ਬਣਦੀ ਨਹੀਂ ਹੈ, ਢਿੱਲ ਤਾਂ ਬਣਦੀ ਨਹੀਂ ਹੈ। ਸਭ ਕੁਝ ਤੇਰੇ ਚਰਨਾਂ ਵਿੱਚ ਹੀ, ਇਹ ਦੋਵਾਂ 'ਚ ਇੱਕ ਚੀਜ਼ ਦੇ ਦੇ ਜਿਹੜੀ ਤੈਨੂੰ ਭਾਉਂਦੀ ਹੈ। ਇਸ ਤਰ੍ਹਾਂ ਭਾਈ ਪੰਡਿਤ ਗੁਲਾਬ ਸਿੰਘ ਜੀ ਜਿਹੜਾ ਹੈ ਆਪਣੀ ਜਿਹੜੀ ਹੈ ਮੰਗ ਰੱਖ ਰਹੇ ਹੈ। ਅਸਲ ਵਿੱਚ ਉਹ ਬੜੇ ਸਾਧੂ ਸਨ। ਉਹ ਦੋਵੇਂ ਪੱਖ ਰੱਖਦੇ ਹੋਏ ਉਹਨਾਂ ਦਾ ਜਿਹੜਾ ਵਿਸ਼ੇਸ਼ ਪੱਖ ਉਹ ਇਹੀ ਹੈ ਕਿ ਸਾਧੂ ਕਿ ਮਹਾਰਾਜ ਐਸਾ ਬਣਾ ਦੇ, ਜਾਂ ਤਾਂ ਸੰਸਾਰੀ ਜੀਵਨ ਵਿੱਚ ਪੂਰਾ ਕਰਦੇ ਜਾਂ ਵਿਰਗਤਪੁਣੇ ਵਿੱਚ ਪੂਰਾ ਕਰਦੇ, ਜੋ ਤੈਨੂੰ ਭਾਉਂਦਾ ਉਦੋਂ ਕਰਦੇ। ਤਾਂ ਹੀ ਕਹਿੰਦੇ ਦੋਨਨ ਮੈਂ ਪ੍ਰਭ ਏਕ ਦੀਜੇ। ਹੇ ਪ੍ਰਭੂ ਦੋਨਾਂ ਵਿੱਚੋਂ ਇੱਕ ਮੈਨੂੰ ਚੀਜ਼ ਵਸਤੂ ਦੇਣਾ ਕਰਦੇ ਜੋ ਦੱਸੀਆਂ ਹੈ। ਅਬ ਢੀਲ ਬਣੈ ਨਹਿ, ਅਬ ਢੀਲ ਬਣੈ ਨਹਿ ਤੇ ਉਰ ਮਾਹੀ। ਹੁਣ ਤੇਰੇ ਹਿਰਦੇ ਵਿੱਚ ਢਿੱਲ ਜਿਹੜੀ ਕਰਨੀ ਉਹਦੀ ਬਣਦੀ ਹੀ ਨਹੀਂ ਹੈ, ਕਿਉਂਕਿ ਮੈਂ ਤੁਹਾਡਾ ਸੇਵਕ ਸਿੱਖ ਹਾਂ, ਮੇਰੇ 'ਤੇ ਕਿਰਪਾ ਕਰੋ। ਇਸ ਤਰ੍ਹਾਂ ਅੱਗੇ ਅੱਗੇ ਜਿਵੇਂ ਆਵੇਗਾ ਆਪਾਂ ਸਰਵਣ ਕਰਾਂਗੇ। ਹੁਣ ਆਪਾਂ ਇੱਥੇ ਜਿਹੜੀ ਸਮਾਪਤੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।